ਹੈਲੋ ਸਟੂਡੈਂਟਸ, ਮੈਂ ਤੁਹਾਡਾ ਫਿਜ਼ਿਕਸ ਟੀਚਰ ਹਰਪ੍ਰੀਤ ਸਿੰਘ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਟ੍ਰਿਗਨੋਮੈਟਰੀ ਬਾਰੇ, ਜੋ ਕਿ ਪਲੱਸ 1 ਦੇ ਮੈਥਮੈਟੀਕਲ ਟੂਲਸ ਦਾ ਇੱਕ ਪਾਰਟ ਹੈ। ਜੋ ਬੇਸਿਕ ਮੈਥ ਹੈ, ਜੋ ਆਪਾਂ ਪਲੱਸ 1 ਫਿਜ਼ਿਕਸ ਵਾਸਤੇ ਪੜ੍ਹਨਾ ਜ਼ਰੂਰੀ ਹੈ, ਉਹਦੇ ਵਿੱਚੋਂ ਇੱਕ ਟੌਪਿਕ ਹੈ ਟ੍ਰਿਗਨੋਮੈਟਰੀ ਫॉर ਪਲੱਸ 1 ਫਿਜ਼ਿਕਸ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ। ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ ਹੈ, ਐਂਡ ਤੱਕ ਦੇਖਣਾ ਹੈ, ਤਾਂ ਕਿ ਤੁਹਾਨੂੰ ਟ੍ਰਿਗਨੋਮੈਟਰੀ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਕਿ ਜੋ ਆਪਣੀ ਫਿਜ਼ਿਕਸ ਦੇ ਵਿੱਚ ਯੂਜ਼ ਹੁੰਦੀਆਂ ਨੇ। ਬਣੇ ਰਹੋ ਇਸ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਹੋ ਫਿਜ਼ਿਕਸ ਬਾਰੇ ਸਿੱਧੂ ਸਾਹਿਬ। ਸਭ ਤੋਂ ਪਹਿਲਾਂ ਟ੍ਰਿਗਨੋਮੈਟਰੀ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਆਪਾਂ ਗੱਲ ਕਰਦੇ ਹਾਂਗੇ ਐਂਗਲ ਬਾਰੇ, ਕਿਉਂਕਿ ਇਹ ਟ੍ਰਿਗਨੋਮੈਟਰੀ ਸਾਰੀ ਐਂਗਲਸ ਤੇ ਬੇਸਡ ਹੈ। ਠੀਕ ਹੈ, ਤਾਂ ਐਂਗਲ ਕੀ ਚੀਜ਼ ਹੈ ਆਪਣੇ ਕੋਲ? ਵਾਟ ਇਜ਼ ਐਨ ਐਂਗਲ, ਜਿਸ ਨੂੰ ਆਪਾਂ ਥੀਟੇ ਨਾਲ ਡਿਨੋਟ ਕਰਦੇ ਹਾਂਗੇ। ਠੀਕ ਹੈ, ਐਂਗਲ ਆਪਾਂ ਥੀਟੇ ਨਾਲ ਡਿਨੋਟ ਕਰਦੇ ਹਾਂਗੇ। 10ਵੀਂ ਤੱਕ ਵੀ ਆਪਾਂ ਪੜ੍ਹਿਆ ਹੋਇਆ ਹੈ ਇਸ ਬਾਰੇ। ਤਾਂ ਹੁਣ ਐਂਗਲ ਕੀ ਚੀਜ਼ ਹੈ? ਐਂਗਲ ਕੀ ਚੀਜ਼ ਹੈ? ਜਿਵੇਂ ਆਪਣੇ ਕੋਲ ਘੜੀ ਦੀਆਂ ਯਾਨੀ ਕਿ ਘੰਟੇ ਦੀਆਂ ਸੂਈਆਂ ਨੇ, ਉਹ ਇਸ ਤਰ੍ਹਾਂ ਰੈਵੋਲੂਸ਼ਨ ਕਰਦੇ ਰਹਿੰਦੇ ਨੇ, ਰਿਵੋਲਵ ਕਰਦੇ ਰਹਿੰਦੇ ਨੇ, ਘੁੰਮਦੀਆਂ ਰਹਿੰਦੀਆਂ ਨੇ। ਆਹ ਮੰਨ ਲਓ ਆਪਣੇ ਕੋਲ ਇੱਕ ਕਲੌਕ ਆ, ਠੀਕ ਆ, ਇਸ ਦੇ ਜੋ ਸੂਈਆਂ ਨੇ ਇੱਥੋਂ ਘੁੰਮਦੀਆਂ ਰਹਿੰਦੀਆਂ ਲਗਾਤਾਰ। ਤਾਂ ਜਿੰਨੇ ਰੈਵੋਲੂਸ਼ਨ ਉਹਨਾਂ ਨੇ ਕਰ ਲਈ, ਇਹਨੂੰ ਕਹਿੰਦੇ ਆਪਾਂ ਐਂਗਲ ਥੀਟਾ। ਠੀਕ ਹੈ, ਕਿਸੇ ਵੀ ਚੀਜ਼ ਦਾ ਜੋ ਐਂਗਲ ਹੈ, ਠੀਕ ਹੈ, ਆਪਾਂ ਨੇ ਪਤਾ ਕਰਨਾ ਹੋਵੇ, ਮੰਨ ਲਓ ਉਹਦੇ ਵਾਸਤੇ ਕੀ ਚਾਹੀਦਾ? ਇੱਕ ਕਾਮਨ ਪੁਆਇੰਟ ਚਾਹੀਦਾ ਤੇ ਦੋ ਡਿਫਰੈਂਟ ਪੁਆਇੰਟਸ ਚਾਹੀਦੇ ਨੇ ਦੂਜੇ। ਤਾਂ ਇਹਨਾਂ ਦੇ ਵਿੱਚ ਆਪਾਂ ਐਂਗਲ ਪਤਾ ਕਰ ਸਕਦੇ ਹਾਂ। ਤਾਂ ਹੁਣ ਐਂਗਲ ਥੀਟਾ ਪਤਾ ਕਰਨ ਦਾ ਇੱਕ ਤਰੀਕਾ ਕਿ ਜੇਕਰ ਸਰਕਲ ਦੇ ਵਿੱਚ ਆਪਣੇ ਕੋਲੇ ਕੋਈ ਚੀਜ਼ ਇਸ ਤਰ੍ਹਾਂ ਘੁੰਮ ਰਹੀ ਆ, ਕੋਈ ਪਾਰਟੀਕਲ ਘੁੰਮ ਰਿਹਾ ਜਾਂ ਸੂਈ ਘੁੰਮ ਰਹੀ ਆ, ਉਹਦੀ ਟਿਪ ਪਹਿਲਾਂ ਇੱਥੇ ਸੀ, ਫਿਰ ਇੱਥੇ ਆ ਗਈ, ਪੀ ਪੁਆਇੰਟ ਤੋਂ ਚੱਲ ਕੇ ਟਿਪ ਉਹਦੀ ਕਿਊ ਪੁਆਇੰਟ ਤੇ ਚਲੀ ਗਈ। ਤਾਂ ਸਰਕਲ ਦੇ ਕੇਸ ਦੇ ਵਿੱਚ ਇਸ ਨੂੰ ਆਪਾਂ ਕਹਿੰਦੇ ਹੈਗੇ ਆਰਕ। ਕੀ ਕਹਿੰਦੇ ਇਸ ਨੂੰ ਆਪਾਂ? ਆਰਕ। ਮੰਨ ਲਓ ਜੇ ਆਰਕ ਦੀ ਲੈਂਥ L ਹੈ, ਆਰਕ ਦੀ ਲੈਂਥ ਕਿੰਨੀ ਹੈ? L। ਤੇ ਸਰਕਲ ਦਾ ਜੋ ਰੇਡੀਅਸ ਹੈ ਇੱਥੋਂ ਲੈ ਕੇ ਇੱਥੇ ਤੱਕ, ਉਹ ਹੈ R। ਤਾਂ ਐਂਗਲ ਦੀ ਡੈਫੀਨੇਸ਼ਨ ਕੀ ਹੈ? ਐਂਗਲ ਦੀ ਡੈਫੀਨੇਸ਼ਨ ਆਪਾਂ ਨੇ ਸਮਝਣੀ ਹੈ। ਐਂਗਲ ਇਜ਼ ਡਿਫਾਈਨਡ ਐਜ਼ ਆਰਕ ਪਰ ਯੂਨਿਟ ਰੇਡੀਅਸ। ठीक है, ਤਾਂ ਐਂਗਲ ਥੀਟਾ ਕਦੇ ਬਰਾਬਰ ਆ ਜਾਊਗਾ, ਆਰਕ ਹੈ L, ਰੇਡੀਅਸ ਹੈ R। ਤਾਂ ਥੀਟਾ ਨੂੰ ਆਪਾਂ ਡਿਨੋਟ ਕਰ ਸਕਦੇ ਹਾਂ L ਬਟਾ R ਨਾਲ। ਜਾਂ ਜੇ ਆਪਾਂ ਨੇ ਆਰਕ ਪਤਾ ਕਰਨੀ ਹੋਵੇ ਤਾਂ ਫਿਰ ਲਿਖ ਦਾਂਗੇ L ਇਜ਼ ਇਕੁਅਲ ਟੂ R ਥੀਟਾ। ਇਹ ਆਪਣੇ ਕੋਲ ਐਂਗਲ ਬਾਰੇ ਬੇਸਿਕ ਨੌਲੇਜ ਇਹੀ ਹੈ ਕਿ ਐਂਗਲ ਕਿਸ ਤਰ੍ਹਾਂ ਬਣਦਾ ਹੈ। ਜਦੋਂ ਵੀ ਕੋਈ ਚੀਜ਼ ਰਿਵੋਲਵ ਕਰਦੀ ਹੈ, ਇੱਕ ਉਹਦਾ ਫਿਕਸ ਪੁਆਇੰਟ ਹੋਣਾ ਚਾਹੀਦਾ। ਇੱਕ ਪੁਆਇੰਟ ਤੋਂ ਆਪਾਂ ਮੈਜ਼ਰ ਕਰਾਂਗੇ। ਵੀ ਮੰਨ ਲਓ ਕੋਈ ਚੀਜ਼ ਆ, ਪਹਿਲਾਂ ਉਹ ਇੱਥੇ ਸੀ, ਮੈਂ ਹੀ ਦੇਖ ਰਿਹਾ ਉਸ ਚੀਜ਼ ਨੂੰ, ਉੱਥੋਂ ਚੱਲ ਕੇ ਉਹ ਚੀਜ਼ ਇੱਥੇ ਆ ਗਈ, ਤਾਂ ਮੇਰੇ ਹਿਸਾਬ ਨਾਲ ਉਹ ਕਿੰਨੇ ਡਿਗਰੀ ਰੋਟੇਟ ਕਰ ਰਹੀ, ਉਹਨੂੰ ਆਪਾਂ ਕਹਿੰਦੇ ਐਂਗਲ। ਠੀਕ, ਹੁਣ ਅੱਗੇ ਐਂਗਲ ਜਿਹੜਾ ਹੈ ਉਸ ਨੂੰ ਆਪਾਂ ਦੋ ਤਰੀਕੇ ਨਾਲ ਮੈਜ਼ਰ ਕਰ ਸਕਦੇ ਹਾਂਗੇ। ਦੋ ਟਾਈਪਸ ਦੇ ਵਿੱਚ ਆਪਾਂ ਮੈਜ਼ਰ ਕਰ ਸਕਦੇ ਹਾਂ। ਪਹਿਲਾ ਹੁੰਦਾ ਡਿਗਰੀਜ਼ ਦੇ ਵਿੱਚ, ਦੂਜਾ ਹੁੰਦਾ ਆਪਣੇ ਕੋਲ ਰੇਡੀਅਨਸ ਦੇ ਵਿੱਚ। ਡਿਗਰੀਜ਼ ਦੇ ਵਿੱਚ ਆਪਾਂ ਸੁਣਿਆ ਹੋਇਆ 10ਵੀਂ ਤੱਕ ਸਾਰੇ ਡਿਗਰੀਜ਼ ਦੇ ਵਿੱਚ ਯੂਜ਼ ਕਰਦੇ ਹੈਗੇ। ਜਿਵੇਂ ਕਿ ਆਪਣੇ ਕੋਲ ਐਂਗਲ ਮੰਨ ਲਓ ਥੀਟਾ ਹੈ 90 ਡਿਗਰੀ। ਠੀਕ ਹੈ, ਹੋ ਸਕਦਾ ਆਪਣੇ ਕੋਲ ਐਂਗਲ ਹੋਵੇ ਥੀਟਾ 180 ਡਿਗਰੀ। ਡਿਗਰੀ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਰੇਡੀਅਨ ਬਾਰੇ ਦੱਸਦੇ ਹਾਂ। ਰੇਡੀਅਨ ਕੀ ਹੈ? ਇੱਕ ਇਸ ਦੀ SI ਯੂਨਿਟ ਰੇਡੀਅਨ ਹੈ। ਐਂਗਲ ਦੀ ਜੋ SI ਯੂਨਿਟ ਹੈ ਉਹ ਰੇਡੀਅਨ ਹੈ। ਇਹ ਯਾਦ ਰੱਖਣੀ ਤੁਸੀਂ ਨੇ। ਰੇਡੀਅਨਸ ਦੇ ਵਿੱਚ ਇਸ ਤਰ੍ਹਾਂ ਆਪਾਂ ਐਂਗਲ ਨੋਟ ਕਰਦੇ ਹਾਂ। ਰੇਡੀਅਨਸ ਦੇ ਵਿੱਚ ਆਪਾਂ ਪਾਈ ਦੇ ਵਿੱਚ ਐਂਗਲ ਲਿਖਦੇ ਹਾਂ। ਪਾਈ ਜਿਹਦੀ ਵੈਲਿਊ ਹੁੰਦੀ ਹੈਗੀ 22/7 ਜਾਂ 3.14 ਕੇ ਨਾ, ਉਹ ਆਪਾਂ ਪੜਿਆ ਹੈਗਾ। ਤਾਂ ਪਾਈ ਰੇਡੀਅਨਸ ਦੇ ਵਿੱਚ ਆਪਾਂ ਨੇ ਦੇਖਣਾ, ਜਿਵੇਂ ਐਂਗਲ ਆ 90 ਡਿਗਰੀ ਐਂਗਲ ਆ, ਇਹਨੂੰ ਆਪਾਂ ਰੇਡੀਅਨਸ ਦੇ ਵਿੱਚ ਕਿਵੇਂ ਲਿਖਦੇ ਹਾਂ? ਪਾਈ/2। 180 ਨੂੰ ਆਪਾਂ ਲਿਖਦੇ ਹਾਂ ਪਾਈ ਰੇਡੀਅਨ। ਰੇਡੀਅਨ ਇੱਥੇ ਹੀ ਪਾ ਦਾਂਗੇ। ਰੇਡੀਅਨ ਜੋ ਹੈ RAD ਆਪਾਂ ਸ਼ਾਰਟ ਫਾਰਮ ਦੇ ਵਿੱਚ ਰੇਡੀਅਨ ਨੂੰ ਲਿਖ ਸਕਦੇ ਹੈਗੇ। ਜਦੋਂ ਵੀ ਆਪਾਂ ਨੇ ਐਂਗਲ ਦੀ ਕਨਵਰਸ਼ਨ ਕਰਨੀ ਹੈ ਤਾਂ ਆਪਾਂ ਨੇ ਇੱਕ ਗੱਲ ਯਾਦ ਰੱਖਣੀ ਹੈ ਕਿ ਆਪਣੇ ਕੋਲ ਪਾਈ ਹੁੰਦਾ ਜਿਹੜਾ ਉਹ 180 ਡਿਗਰੀ ਦੇ ਬਰਾਬਰ ਹੁੰਦਾ। ਪਾਈ ਰੇਡੀਅਨ ਇਜ਼ ਇਕੁਅਲ ਟੂ 180 ਡਿਗਰੀ ਦੇ ਬਰਾਬਰ ਹੁੰਦਾ ਹੈਗਾ। ਇੱਥੇ ਆਪਾਂ ਰੇਡੀਅਨ ਪਾ ਸਕਦੇ ਹਾਂ।
ठीक ये अपना याद रखना ये तो आप किन्ने भी एंगल इधर उधर कन्वर्ट कर सकते हैं एक एंगल तो दूजे एंगल के लिख सकते हैं एक गल मैं इतने होर दसनी चाहना जिवें कि मान लो आप लिखना हो एंगल अपने को हैगा 45 डिग्री एंगल आ पहले हम पाई रेडियंस ਦੇ ਵਿੱਚ ਕਿਵੇਂ ਲਿਖਾਂਗੇ 45 डिग्री देखो इसे तो बनावांगे आप 45 डिग्री कितना बन जू ये बन जूगा पाई बाय 4 पाई बाय 4 ਨੂੰ ਜੇ ਤੁਸੀਂ ਸੋਲਵ ਕਰਕੇ ਦੇਖੋਗੇ देखो 180 बटा 4 4 ਦੇ ਪਾਰਟ ਦੀ ਕੱਟ ਕੇ ਕਿੰਨਾ ਆ ਗਿਆ ਇਹ 45 डिग्री ਤਾਂ 45 डिग्री ਨੂੰ ਆਪਾਂ ਕੀ ਲਿਖ ਸਕਦੇ ਹਾਂ ਪਾਈ ਬਾय 4 रेडियन इसी तरह 60 डिग्री ਨੂੰ ਕਿੰਨਾ ਲਿਖ ਸਕਦੇ ਹਾਂ ਆਪਾਂ पाई बाय 3 30 डिग्री ਨੂੰ ਕਿੰਨਾ ਲਿਖ ਸਕਦੇ ਹਾਂ ਆਪਾਂ पाई बाय 6 ये अपने मेन एंगल्स ने के 30 60 45 90 180 360 डिग्री ਨੂੰ ਕਿਵੇਂ ਲਿਖ ਸਕਦੇ ਹਾਂ ਆਪਾਂ 2 ਪਾਈ रेडियन ਤਾਂ ਇਹ ਆਪਣੇ ਕੋਲ ਆ ਗਈ ਐਂਗਲਸ ਦੀ ਕਨਵਰਸ਼ਨ ਜੋ ਕਿ ਬਿਲਕੁਲ ਸਿੰਪਲ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲੈਣਾ ਹੈ ਤਾਂ ਕਿ ਕਿਤੇ ਵੀ ਆਪਾਂ ਨੂੰ ਲੋੜ ਪੈਂਦੀ ਹੈ ਪਾਈ ਦੇ ਵਿੱਚ ਵੀ ਆਪਾਂ ਲਿਖ ਸਕਦੇ ਹਾਂ ਐਂਗਲ ਨੂੰ डिग्रीज ਦੇ ਵਿੱਚ ਵੀ ਲਿਖ ਸਕਦੇ ਹਾਂ ਹੁਣ ਇੱਕ ਡਿਗਰੀ ਨੂੰ ਆਪਾਂ ਅੱਗੇ ਸ਼ਾਰਟ ਫਾਰਮ ਦੇ ਵਿੱਚ ਮਤਲਬ ਕਿ ਛੋਟੀਆਂ ਯੂਨਿਟਾਂ ਪੜ੍ਹਦੇ ਹਾਂ ਡਿਗਰੀ ਦੀਆਂ डिग्री है जो है 1 डिग्री ये बराबर होती है 60 सेकंड की या 60 मिनट की ठीक है 60 मिनट ਆਪਾਂ ਲਿਖਦੇ ਹਾਂ 1 डिग्री इज इक्वल टू 60 मिनट मिनट ਨੂੰ ਆਪਾਂ ਇੱਕ ਕੌਮੇ ਦੇ ਨਾਲ ਜੋੜ ਕਰਦੇ ਹਾਂ ਠੀਕ ਹੈ ਧਿਆਨ ਰੱਖਣਾ ਇਸੇ ਤਰ੍ਹਾਂ 1 ਮਿੰਟ ਜੋ ਹੈ ਉਹ ਹੁੰਦਾ 60 ਸੈਕਿੰਡ ਦੇ ਬਰਾਬਰ यानी कि 1 मिनट इज इक्वल टू 60 सेकंड आ सेकंड की निशानी है ठीक है ये छोटे एंगल ਨੂੰ मेजर ਕਰਨ ਦੀ यूनिट है मिनट या सेकंड डिग्री भी वैसे बहुत छोटा 1 डिग्री ਜੇ ਆਪਾਂ ਗੱਲ ਕਰੀਏ 1 डिग्री बहुत छोटा एंगल ਹੁੰਦਾ ਉਹਦੇ ਵੀ ਅੱਗੇ ਆਪਾਂ ਪਾਰਟ ਕਰ ਦਈਏ ਠੀਕ ਹੈ ਉਹਨੂੰ ਆਪਾਂ ਕਹਿੰਦੇ ਕਿ ਫਿਰ ਅੱਗੇ 60 ਪਾਰਟ ਕਰਕੇ ਉਹਨੂੰ ਬਣ ਜਾਂਦਾ 1 ਸੈਕਿੰਡ ਇੱਕ ਪਾਰਟ ਨੂੰ ਆਪਾਂ 1 ਸੈਕਿੰਡ ਕਰਦੇ ਜੇ ਅੱਗੇ 1 ਸੈਕਿੰਡ ਦੇ ਵੀ ਅੱਗੇ 60 ਪਾਰਟ ਕਰਦੀ ਆਪਾਂ ਛੋਟੇ ਛੋਟੇ ਟੁਕੜੇ ਕਰਦੇ ਨਾ ਡਿਵਾਈਡ ਕਰਦੇ ਉਹ ਬਣ ਜਾਂਦਾ 1 ਸੈਕਿੰਡ ਤਾਂ ਇਸ ਤਰ੍ਹਾਂ ਆਪਾਂ ਕੀ ਹੈ ਛੋਟੀਆਂ ਯੂਨਿਟਾਂ ਦੇ ਵਿੱਚ ਐਂਗਲ ਨੂੰ ਰੀਡ ਕਰ ਸਕਦੇ ਹੈਗੇ ਇਹ ਸਾਰਾ ਆਪਣੇ ਕੋਲ ਹੋ ਗਿਆ ਐਂਗਲਸ ਦੇ ਬਾਰੇ ਹੁਣ ਆਪਾਂ ਦੇਖਾਂਗੇ ਕਿ ਵੀ ਟ੍ਰਿਗਨੋਮੈਟਰੀ ਦੀਆਂ ਜੋ ਰੇਸ਼ੋ ਨੇ ਟੀ ਰੇਸ਼ੋ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹੈਗੇ ਉਹਨਾਂ ਬਾਰੇ ਵੀ ਆਪਾਂ 10ਵੀਂ ਤੱਕ ਤਾਂ ਪੜ੍ਹਿਆ ਹੋਇਆ ਹੈ ਬਸ ਹੁਣ ਇੱਥੇ ਥੋੜਾ ਜਿਹਾ ਰਿਮਾਈਂਡ ਕਰ ਲੈਣਾ ਯਾਦ ਕਰਨਾ ਆਪਾਂ ਨੇ ਉਹ ਯਾਦ ਰੱਖਣਾਗਾ ਠੀਕ ਹੈ ਕਈ ਜਗ੍ਹਾ ਤੇ ਯੂਜ਼ ਹੁੰਦਾ ਹੁਣ ਆਪਾਂ ਪੜ੍ਹਦੇ ਹਾਂ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਯਾਨੀ ਕਿ ਟੀ ਰੇਸ਼ੋਜ਼ sin थीटा cos थीटा ਨੂੰ ਆਪਾਂ ਕਹਿੰਦੇ ਟੀ ਰੇਸ਼ੋਜ਼ ਕਿੰਨੀਆਂ ਹੁੰਦੀਆਂ ਨੇ ਆਪਣੇ ਕੋਲੇ 6 ਟੀ ਰੇਸ਼ੋ ਹੁੰਦੀਆਂ ਨੇਗੀਆਂ ਸਭ ਤੋਂ ਪਹਿਲੀ ਹੈ sin थीटा cos थीटा tan थीटा cot थीटा secant थीटा and cosecant ਹੁਣ ਇਹਨਾਂ ਦੇ ਆਪਾਂ ਨੇ ਪੜ੍ਹਨੇ ਨੇ ਫਾਰਮੂਲੇ ਜਿਹੜੇ ਹੁੰਦੇ ਨੇਗੇ ਉਹ ਬਣਦੇ ਹੁੰਦੇ ਨੇ ਇੱਕ ਟ੍ਰਾਇੰਗਲ ਤੋਂ ਜੋ ਕਿ ਹੁੰਦੀ ਹੈ ਰਾਈਟ ਐਂਗਲ ਟ੍ਰਾਇੰਗਲ ਤਾਂ ਆਪਾਂ ਇੱਥੇ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾ ਲੈਂਦੇ ਹਾਂ ਮੰਨ ਲਓ ਮੈਂ ਇੱਥੇ ਰਾਈਟ ਐਂਗਲ ਟ੍ਰਾਇੰਗਲ ਬਣਾ ਲਵਾਂ ਜਿਸ ਦਾ ਇੱਕ ਐਂਗਲ ਹੋਵੇ 90 ਡਿਗਰੀ ਦਾ ਉਸ ਨੂੰ ਆਪਾਂ ਕਹਿੰਦੇ ਆ ਰਾਈਟ ਐਂਗਲ ਟ੍ਰਾਇੰਗਲ ਕਿਉਂਕਿ 90 ਡਿਗਰੀ ਦੇ ਕੋਣ ਨੂੰ ਆਪਾਂ ਕਹਿੰਦੇ ਆਂਗੇ ਜਿਹਨੂੰ ਪਾਈ ਬਾਈ 2 ਵੀ ਲਿਖ ਸਕਦੇ ਆਪਾਂ ਰੇਡੀਅਨਸ ਦੇ ਵਿੱਚ ਇਹ ਹੁੰਦਾ ਹੈਗਾ ਰਾਈਟ ਐਂਗਲ ਇਸ ਨੂੰ ਵੀ ਕਹਿੰਦੇ ਆਪਾਂ ਰਾਈਟ ਐਂਗਲ ਕਹਿੰਦੇ ਤਾਂ ਕਰਕੇ ਇਸ ਟ੍ਰਾਇੰਗਲ ਨੂੰ ਵੀ ਕਹਾਂਗੇ ਰਾਈਟ ਐਂਗਲਡ ਟ੍ਰਾਇੰਗਲ ਠੀਕ ਇਹਦੇ ਵਿੱਚ ਮੰਨ ਲਓ ਆਪਣੇ ਕੋਲ ਜੋ ਐਂਗਲ ਹੈ ਥੀਟਾ ਉਹ ਇੱਥੇ ਹੈ ਜੇ ਇਹ ਐਂਗਲ ਥੀਟਾ ਇੱਥੇ ਹੈ ਤਾਂ ਥੀਟਾ ਅਤੇ 90 ਡਿਗਰੀ ਦੇ ਐਂਗਲ ਦੇ ਜੋ ਕਾਮਨ ਸਾਈਡ ਹੈ ਇਸ ਨੂੰ ਆਪਾਂ ਕਹਾਂਗੇ ਬੇਸ ਕੀ ਕਹਾਂਗੇ ਆਪਾਂ ਬੇਸ ਜਿਹਨੂੰ ਆਪਾਂ ਕੱਲੀ ਬੀ ਨਾਲ ਲਿਖ ਦਿੰਦੇ ਤੇ ਇਸ 90 डिग्री ਦੇ ਜੋ ਆਪੋਜ਼ਿਟ ਵਾਲੀ ਸਾਈਡ ਹੈ ਯਾਨੀ ਕਿ ਇਹ ਵਾਲੀ ਸਾਰੀ ਸਾਈਡ ਇਹ ਹੈ ਹਾਈਪੋਟੇਨਿਊਜ਼ ਯਾਨੀ ਕਿ ਐਚ ਪੰਜਾਬੀ ਦੇ ਵਿੱਚ ਇਹਨੂੰ ਕਾਰਨ ਕਹਿ ਦਿੰਦੇ ਆ ਇਹਨੂੰ ਆਧਾਰ ਕਹਿ ਦਿੰਦੇ ਆ ਐਂਗਲ ਜੋ ਕਿ ਥੀਟਾ ਆਪਾਂ ਜਿੱਥੇ ਮੰਨਿਆ ਹੈ ਉਹਦੇ ਸਾਹਮਣੇ ਵਾਲੀ ਸਾਈਡ ਹੁੰਦੀ ਆ ਪਰਪੈਂਡੀਕੂਲਰ ਯਾਨੀ ਕਿ ਪੀ ਇਹ ਗੱਲ ਧਿਆਨ ਚ ਰੱਖਣੀ ਹੈ ਕਿ ਠੀਕ ਹੈ ਐਂਗਲ ਦੇ ਸਾਹਮਣੇ ਵਾਲੀ ਜੋ ਸਾਈਡ ਹੈ ਉਹ ਪਰਪੈਂਡੀਕੂਲਰ ਹੁੰਦੀ ਹੈ
ठीक है। एंगल ते 90 डिग्री वाली जो कॉमन साइड होंगी वो बेस होगी। ये गल जे आप ध्यान च रखांगे तां ही आप अगे टी रेशोज़ नूं सौखे तरीके नाल समझ सकते हैं चंगी तरह, तां ही सही आप फार्मूले लगा सकते हैं। हुण अगे इसनूं याद करने कई तरीके ने ना, ਤਾਂ ਆਪਾਂ ਨੇ ਉਹ ਤੁਸੀਂ ਆਪਣੇ ਤੁਹਾਡੇ ਮੈਥਡ ਨੇ ਕਿ ਤੁਸੀਂ ਕਿਸ ਤਰ੍ਹਾਂ ਯਾਦ ਕੀਤਾ ਹੋਇਆ 10ਵੀਂ ਤੱਕ ਉਹੀ ਮੈਥਡ ਨਾਲ ਯਾਦ ਕਰਨਾ। ਮੈਂ ਜਸਟ ਇਹਨਾਂ ਦੇ ਸਿੱਧੇ ਫਾਰਮੂਲੇ ਲਿਖ ਰਿਹਾ ਇੱਥੇ ਕਿ ਸਾਈਨ ਦਾ ਕੀ ਫਾਰਮੂਲਾ, ਕਾਸ ਦਾ ਕੀ, ਟੈਨ ਦਾ ਕੀ, ਆਪਾਂ ਨੇ ਜੋ ਯਾਦ ਕਰ ਰਹੇ ਨੇ। ਤਾਂ ਸਭ ਤੋਂ ਪਹਿਲਾ ਫਾਰਮੂਲਾ ਹੈ ਸਾਈਨ ਥੀਟਾ ਹੁੰਦਾ ਪਰਪੈਂਡੀਕੂਲਰ ਬਾਈ ਹਾਈਪੋਟੈਨਸ, ਦੂਜਾ ਦਾ ਕਾਸ ਦਾ b ਬਾਈ h, ਟੈਨ ਦਾ ਹੁੰਦਾ p ਬਾਈ b। अगे कॉट है जो इसको उल्ट चल पैंदा, टैन का उल्ट कॉट होंदा है, तो कितना आ गया b बाय b। सीकेंड है जो कॉस का उल्ट है यानी कि h बाय b। कॉसिकेंड जो है वो साइन का उल्ट है यानी कि h बाय p। ठीक। ਹੁਣ ਆਪਾਂ ਇਸ ਰਾਈਟ ਐਂਗਲ ਟ੍ਰਾਇੰਗਲ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾ ਕੇ ਦੇਖਦੇ ਹਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਏ ਕਿ ਕਿਸ ਤਰ੍ਹਾਂ ਆਪਾਂ sin ਥੀਟਾ ਤੇ cos ਥੀਟਾ ਵਗੈਰਾ ਐਂਗਲ ਜੋ पता कर लेंगे। मान लो मैं एक ट्रायंगल बना रहे हैं ये वाली, देखो तुसीं हुण इत्थे एंगल थीटा मैं कित्थे बनाया है। ठीक है। अपने कोले फिजिक्स दे विच जदों आर्टिकल सॉल्व करांगे कई जगह ते इहो जी सिचुएशन बन जांदी है कि एंगल इधरले पासे आ सकदा ਜਾਂ ਕਿਸੇ ਹੋਰ ਪਾਸੇ ਆ ਸਕਦਾ। ਠੀਕ ਹੈ। ਤਾਂ ਆਪਾਂ ਨੂੰ ਉੱਥੇ ਧਿਆਨ ਦੇਣਾ ਹੈਗਾ ਜੋ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕਿ ਕਿੱਥੇ ਹੈ, ਕਿਹਨੂੰ ਆਪਾਂ ਬੇਸ ਮੰਨਣਾ, ਕਿਸ ਨੂੰ ਪਰਪੈਂਡੀਕੂਲਰ, ਕਿਸ ਨੂੰ ਹਾਈਪੋਟੈਨਸ। ਤਾਂ ਇਸ ਤਰ੍ਹਾਂ ਦੀ ਕੰਡੀਸ਼ਨ ਗਿਵਨ ਆ ਤਾਂ ਆਪਾਂ ਨੇ ਪਤਾ ਕਰਨਾਗਾ। ਮੰਨ ਲਓ ਆਪਾਂ ਨੇ ਕੁਝ sin ਥੀਟਾ ਵਗੈਰਾ ਐਂਗਲ ਪਤਾ ਕਰਨੇ ਨੇ ਕਿ ਤਾਂ sin ਥੀਟਾ ਕਾਹਦੇ ਬਰਾਬਰ ਹੋਊਗਾ। ਠੀਕ ਹੈ। ਇੱਥੇ ਆਪਣੇ ਕੋਲ ਮੰਨ ਲਓ ਟ੍ਰਾਇੰਗਲ ਦਾ ਨਾਮ ਹੈ ABC। ਇਹ ਟ੍ਰਾਇੰਗਲ ਦਾ ਨਾਮ ਹੈ। ਆਪਾਂ ਨੂੰ ਪਤਾ ਕਰਨ ਨੂੰ ਕਿਹਾ ਗਿਆ sin ਥੀਟਾ ਐਂਡ cos ਥੀਟਾ। ਤਾਂ ਹੁਣ ਦੇਖੋ ਇਸ ਤੋਂ ਟ੍ਰਾਇੰਗਲ ਤੋਂ ਲਗਾਓ। ਪਹਿਲਾਂ ਤਾਂ ਤੁਸੀਂ ਦੇਖੋ ਵੀ ਸੋਚੋ ਵੀ ਇਹਦੇ ਵਿੱਚ ਬੇਸ ਕੀ ਆ, ਪਰਪੈਂਡੀਕੂਲਰ ਕੀ ਆ ਤੇ ਹਾਈਪੋਟੈਨਸ ਕੀ ਆ। ਦੇਖੋ ਟਰਾਈ ਕਰੋ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਜਿਵੇਂ ਐਂਗਲ ਜੋ ਥੀਟਾ ਹੈ ਤੇ 90 ਡਿਗਰੀ ਦਾ ਐਂਗਲ ਹੈ, ਇਹਦੀ ਕਾਮਨ ਸਾਈਡ ਨੂੰ ਆਪਾਂ ਬੇਸ ਕਹਿੰਦੇ ਆ, ਇਹ ਬੇਸ ਹੋ ਗਿਆ। ਦੂਜੀ ਗੱਲ ਇਸ ਦੀ ਜੋ ਐਂਗਲ ਦੇ ਸਾਹਮਣੇ ਵਾਲੀ ਆਪੋਜੀਟ ਜੋ ਸਾਈਡ ਹੈ ਇਸ ਨੂੰ ਆਪਾਂ ਪਰਪੈਂਡੀਕੂਲਰ ਕਹਿੰਦੇ ਆ। ठीक है। इन्ना एंगल्स दे विच लिखण ते 90 डिग्री दे ऑपोजिट साइड जो होंदी है वो h होंदी है, ਜਾਂ ਵੱਡੀ ਸਾਈਡ ਜੋ ਸਭ ਤੋਂ ਵੱਡੀ ਸਾਈਡ ਹੁੰਦੀ ਹੈ ਉਸ ਨੂੰ ਆਪਾਂ ਕਰਨ ਜਾਂ ਹਾਈਪੋਟੈਨਸ ਕਹਿੰਦੇ ਹਾਂ। ਤਾਂ ਹੁਣ ਇਸ ਤੇ ਜੇ ਆਪਣੀ ਮਾਰਕਿੰਗ ਸਹੀ ਹੋਗੀ ਤਾਂ ਆਪਾਂ sin ਥੀਟਾ ਤੇ cos ਥੀਟਾ ਸਹੀ ਪਤਾ ਕਰ ਸਕਦੇ। ਤਾਂ ਹੁਣ ਦੇਖਦੇ ਆਪਾਂ sin ਥੀਟਾ ਦਾ ਪਰਪੈਂਡੀਕੂਲਰ ਬਾਈ ਹਾਈਪੋਟੈਨਸ ਯਾਨੀ ਕਿ p ਬਾਈ h ਦਾ ਲਿਖ ਲਾਂਗੇ ਆਪਾਂ। ਪਰ ਇੱਥੇ ਜੇ ਆਪਾਂ ਨੂੰ ਇਹੀ ਨਾ ਪਤਾ ਲੱਗੇ ਕਿ p ਕਿਹੜਾ ਹੈਗਾ, ਆਹ p ਆ ਕਿ ਇਹ p, ਕਿਉਂਕਿ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਇਸ ਨੂੰ p ਮੰਨ ਲੈਂਦੇ ਨੇ, ਜੋ ਹਮੇਸ਼ਾ ਸਿੱਧੀ ਲਾਈਨ ਖੜੀ ਹੁੰਦੀ ਹੈ ਉਸੇ ਨੂੰ p ਮੰਨ ਲੈਂਦੇ ਨੇ। ਇਹੀ ਗਲਤੀ ਕਰਦੇ ਨੇ ਸਾਰੇ ਸਟੂਡੈਂਟਸ ਤੇ ਇਸ ਗਲਤੀ ਕਰਕੇ ਉਹ ਇਸ ਤਰ੍ਹਾਂ ਦੇ ਕੁਐਸਚਨ ਨੂੰ ਗਲਤ ਸੋਲਵ ਕਰ ਲੈਂਦੇ। ਤੁਸੀਂ ਨੇ ਇਹ ਨਹੀਂ ਮੰਨਣਾ ਹੈਗਾ ਕਿ ਪਰਪੈਂਡੀਕੂਲਰ ਹਮੇਸ਼ਾ ਸਿੱਧਾ ਹੀ ਖੜਾ ਹੁੰਦਾ ਹੈਗਾ ਜਾਂ ਬੇਸ ਹਮੇਸ਼ਾ ਨੀਚੇ ਹੀ ਹੁੰਦਾ ਹੈਗਾ। ਇਹ ਮੰਨਣ ਦੀ ਲੋੜ ਨਹੀਂ ਹੈ। ਜੇ ਤੁਸੀਂ ਆਹ ਫਾਰਮੂਲੇ ਇਸੇ ਤਰ੍ਹਾਂ ਯਾਦ ਕੀਤੇ ਹੋਏ ਨੇ ਤਾਂ ਜ਼ਿਆਦਾ ਫਿਰ ਇਹ ਫਾਰਮੂਲੇ ਇਸ ਤਰ੍ਹਾਂ ਯਾਦ ਨਾ ਕਰੋ। ਠੀਕ ਹੈ। ਹਰ ਇੱਕ ਵਾਰ ਆਪਣਾ ਫਾਰਮੂਲਾ ਜੋ ਨਵਾਂ ਬਣਾ ਮਤਲਬ ਇਸ ਤੋਂ ਦੇਖੋ ਠੀਕ ਹੈ ਕਿਵੇਂ ਬਣਦਾ ਕਿਵੇਂ ਨਹੀਂ। ਤਾਂ ਹੁਣ ਕੀ ਹੈ ਆਪਣੇ ਜਦੋਂ ਇਹ ਫਾਰਮੂਲੇ ਯਾਦ ਕਰਨੇ ਤਾਂ ਆਪਾਂ ਨੇ ਦੇਖਣਾ ਕਿ ਕਿੱਥੇ ਪਰਪੈਂਡੀਕੂਲਰ ਹੈ ਕਿੱਥੇ ਬੇਸ ਹੈ। ਠੀਕ। ਇਹ ਜਦੋਂ ਆਪਣੇ ਕੋਲ ਮਾਰਕਿੰਗ ਸਹੀ ਹੋਗੀ ਤਾਂ ਆਪਣਾ ਸਾਰਾ ਜੋ ਸਵਾਲ ਹੈ ਜੋ ਆਪਾਂ ਪਤਾ ਕਰਨਾ ਚਾਹੁੰਦੇ ਉਹ ਸਹੀ ਹੋਵੇਗਾ। ਤਾਂ ਹੁਣ sin ਥੀਟਾ p ਬਟਾ h, p ਹੈ ਇੱਥੇ ਆਪਣੇ ਕੋਲੇ bc ਓਵਰ h ਹੈ ਆਪਣੇ ਕੋਲੇ ac। ਤਾਂ ਇਸ ਤਰ੍ਹਾਂ ਆਪਾਂ ਪਤਾ ਕਰ ਸਕਦੇ। cos ਥੀਟਾ ਹੁੰਦਾ b ਬਾਈ h, ਤਾਂ ਇੱਥੇ b ਬਾਈ h। ਬੇਸ ਆਪਣੇ ਕੋਲ ਹੈ ab, ਹਾਈਪੋਟੈਨਸ ਹੈ ac। ਤਾਂ ਇਹ ਇਹਦੇ ਸਹੀ ਆਨਸਰ ਨੇਗੇ ਜੋ ਕਿ ਇਸ ਟ੍ਰਾਇੰਗਲ ਨੂੰ ਦੇਖਦੇ ਹੋਏ ਆਪਾਂ ਟ੍ਰਿਗਨੋਮੈਟਰੀ ਯੂਜ਼ ਕਰਕੇ ਪਤਾ ਕਰ ਸਕਦੇ ਹਾਂ। ਇਹ ਬਹੁਤ ਜਗ੍ਹਾ ਤੇ ਯੂਜ਼ ਹੁੰਦਾ। ਹੁਣ ਮੈਂ ਇੱਕ ਸਵਾਲ ਤੁਹਾਨੂੰ ਹੋਰ ਪਾਉਣਾਗਾ ਤਾਂ ਕਿ ਤੁਸੀਂ ਟਰਾਈ ਕਰ ਸਕੋ। ਇਸ ਨੂੰ ਟਰਾਈ ਕਰਕੇ ਦੇਖੋ ਤੁਸੀਂ। ਇਸ ਦਾ ਨਾਮ ਹੈ PQR। PQR ट्रायंगल है। ਇਸ ਨੂੰ ਤੁਸੀਂ ਆਪਣੇ ਆਪ ਟਰਾਈ ਕਰਕੇ ਇਸ ਦਾ ਆਨਸਰ ਪਤਾ ਕਰਨਾ ਹੈ sin ਥੀਟਾ ਦਾ ਐਂਡ cos ਥੀਟਾ ਦਾ। ਕਿੰਨਾ ਆਨਸਰ ਆਵੇਗਾ ਇਨ ਟਰਮਸ ਆਫ PQR। ਜਿਸ ਤਰ੍ਹਾਂ ਆਪਾਂ ਉਹਨੇ ABC ਦੇ ਲੈਵਲ ਦੇ ਵਿੱਚ ਪਤਾ ਕੀਤਾ। ਇਹ ਤੁਸੀਂ ਨੇ
ਆਨਸਰ ਸੋਲਵ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਸ ਦਾ ਜਵਾਬ ਦੇਣਾ ਹੈ। ਠੀਕ, ਜੇ ਤੁਹਾਨੂੰ ਇਹ ਸਾਰਾ ਕੁਝ ਸਮਝ ਲੱਗ ਗਿਆ, ਹੁਣ ਆਪਾਂ ਅੱਗੇ ਵਧਦੇ ਆਂਗੇ ਇਹਨਾਂ ਐਂਗਲਸ ਦੀ ਵੈਲਿਊਜ਼ ਦੇ ਬਾਰੇ, ਜੋ ਕਿ ਟੇਬਲ ਆਪਾਂ ਨੇ ਪਹਿਲਾਂ ਵੀ 10ਵੀਂ ਤੱਕ ਪੜ੍ਹਿਆ ਹੋਇਆ ਤੇ ਯਾਦ ਵੀ ਕੀਤਾ ਹੋਣਾ ਚਾਹੀਦਾ। ਵੈਸੇ ਉਹ ਯੂਜ਼ ਹੁੰਦਾ ਹੈ ਵੀ ਸਾਈਨ 90 ਡਿਗਰੀ ਕਿੰਨਾ ਹੁੰਦਾ, 1 ਹੁੰਦਾ ਹਨਾ, cos 0 ਕਿੰਨਾ ਹੁੰਦਾ, 1 ਹੁੰਦਾ। ਇਹ ਸਾਰੇ ਡਿਗਰੀਜ਼ ਦੇ ਵਿੱਚ ਜਦੋਂ ਆਪਾਂ ਐਂਗਲ ਦੀ ਐਗਜ਼ੈਕਟ ਵੈਲਿਊ ਪੁੱਟ ਕਰਦੇ ਨੇ ਵੀ 30 ਡਿਗਰੀ, 40 ਡਿਗਰੀ, 45 ਡਿਗਰੀ, 35 ਡਿਗਰੀ, ਤੇ ਇਹਨਾਂ ਨੂੰ ਆਪਾਂ ਕਹਿੰਦੇ ਉਹਨਾਂ ਦੀ ਐਗਜ਼ੈਕਟ ਵੈਲਿਊ, ਜੋ ਆਪਾਂ ਵੈਲਿਊ ਪੁੱਟ ਕਰਕੇ ਆਨਸਰ ਆਉਂਦਾ ਹੈ, ਉਹ ਹੁਣ ਆਪਾਂ ਪੜ੍ਹਦੇ ਹਾਂ। ਮੇਨ ਆਪਣੇ ਜੋ ਯੂਜ਼ ਹੁੰਦੇ ਨੇ ਟ੍ਰਿਗਨੋਮੈਟਰੀ ਦੇ ਵਿੱਚ ਸਾਈਨ ਥੀਟਾ, ਕਾਸ ਥੀਟਾ ਤੇ ਟੈਨ ਥੀਟਾ, ਇਹੀ ਤਿੰਨ ਜ਼ਿਆਦਾ ਟੀ ਰੇਸ਼ੋ ਯੂਜ਼ ਹੁੰਦੇ ਨੇਗੇ। ਤੇ ਐਂਗਲ ਦੇ ਜੋ 0, 30, 45, 60, 90 ਇਹ ਮੋਸਟਲੀ ਯੂਜ਼ ਹੁੰਦੇ ਨੇਗੇ। ਇਹਨਾਂ ਦੀ ਵੈਲਿਊਜ਼ ਆਪਾਂ ਹੁਣ ਪੜ੍ਹ ਲੈਂਦੇ ਕਿ ਦੁਬਾਰਾ ਰਿਮਾਈਂਡ ਕਰ ਲੈਂਦੇ ਕਿ ਕਿੰਨਾ ਹੁੰਦਾ। ਸਾਈਨ 0 ਤੇ 0 ਹੁੰਦਾ ਵਾ, e ਤੇ 1/2, 1/√2, ਇਹਦਾ √3/2 ਤੇ 1। ਇਸ ਨੂੰ ਯਾਦ ਕਰਨ ਦਾ ਇੱਕ ਹੋਰ ਤਰੀਕਾ ਮੈਂ ਬਾਅਦ ਦੇ ਵਿੱਚ ਦੱਸਦਾ ਗਾ, ਪਹਿਲਾਂ ਆਪਾਂ ਇਸ ਨੂੰ ਲਿਖ ਲਈਏ। cos ਥੀਟਾ ਜੋ ਹੁੰਦਾ ਇੱਧਰੋਂ ਸ਼ੁਰੂ ਕਰ ਲਓ, ਵੈਲਿਊਜ਼ 1 √3/2, 1/√2, 1/2 ਹੋਣੇ 0। tan ਥੀਟਾ ਜੋ ਹੁੰਦਾ sin ਬਟਾ cos ਹੁੰਦਾ ਤਾਂ ਡਿਵਾਈਡ ਕਰ ਦੋ ਦੋਨੋਂ ਨੂੰ, 0/1 0, ਇਸ ਨੂੰ ਇਹਦੇ ਨਾਲ ਡਿਵਾਈਡ ਕਰਾਂਗੇ 1/√3, ਇਸ ਨੂੰ ਇਸ ਨਾਲ ਡਿਵਾਈਡ ਕੀਤਾ 1, ਇਸ ਨੂੰ ਇਸ ਨਾਲ ਡਿਵਾਈਡ ਕੀਤਾ √3। 1 ਨੂੰ ਜਦੋਂ 0 ਨਾਲ ਡਿਵਾਈਡ ਕਰਦੇ ਤਾਂ ਆਨਸਰ ਆਉਂਦਾ ਇਨਫਿਨਿਟੀ। ਠੀਕ, ਇਹ ਆਪਣੇ ਕੋਲ ਵੈਲਿਊਜ਼ ਨੇ। ਅੱਗੇ ਜੇ ਆਪਾਂ cot ਥੀਟਾ, ਕੋਸਿਕਨ ਥੀਟਾ ਜਾਂ ਸਿਕਨ ਥੀਟਾ ਉਹ ਪਤਾ ਕਰਨੇ ਤਾਂ ਇਹਨਾਂ ਦੇ ਉਲਟ ਨੇ, ਉਹ ਆਪਣੇ ਕੋਲ ਪਤਾ ਲੱਗ ਜਾਏ। ਹੁਣ ਮੈਂ ਤੁਹਾਨੂੰ ਦੱਸਦਾ ਵੀ ਆਹ ਜੋ ਲਾਈਨ ਹੈ 0, 30, 45 ਇਹ ਕਿਸ ਤਰ੍ਹਾਂ ਯਾਦ ਕਰਨੀ। ਇਸ ਨੂੰ ਆਪਾਂ ਯਾਦ ਕਰਨ ਦਾ ਇੱਕ ਹੋਰ ਤਰੀਕਾ ਹੈ ਜੋ ਕਿ ਬਹੁਤ ਆਸਾਨ ਤਰੀਕਾ ਹੈ। ਠੀਕ ਹੈ, ਉਹ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਹੈਗਾ 0 30 डिग्री। मैं इसके दोबारा रब करके दादा इसमें आप लिखना है √0/2, इसमें आप लिखना √1/2, √2/2, √3/2, √4/2। इस तरह ये वैल्यूज ने जो इस तरह सीक्वेंस ਦੇ ਵਿੱਚ ਆਉਂਦੀਆਂ ਹਨ ਤੇ ਲਿਖੇ ਜਾਂਦੇ ਹਨ। ਹੁਣ 0 ਦਾ √0 ਹੀ ਹੁੰਦਾ ਤਾਂ ਇਹ 0 ਨੂੰ ਜਦੋਂ ਆਪਾਂ 2 ਨਾਲ ਡਿਵਾਈਡ ਕਰਾਂਗੇ ਤਾਂ 0 ਹੋ ਗਿਆ। 1 ਦਾ √1 ਹੀ ਹੁੰਦਾ ਤਾਂ 1/2 ਹੋ ਗਿਆ। 2 ਦਾ √2 ਤਾਂ ਹੀ ਹੁੰਦਾ। ਠੀਕ ਆ, 2 ਨੂੰ ਆਪਾਂ ਕੀ ਲਿਖ ਸਕਦੇ ਹਾਂਗੇ √2 ਮਲਟੀਪਲਾਈ √2, ਤਾਂ ਇਹਨੂੰ ਆਪਾਂ ਲਿਖਾਂਗੇ ਇਹਦਾ ਆਪਾਂ √2/√2। ਤਾਂ ਇੱਕ ਨਾਲ ਇੱਕ ਕੱਟ ਗਿਆ, ਆਪਣੇ ਕੋਲ ਆਨਸਰ ਆ ਗਿਆ 1/√2। एक कुछ नहीं हो रहा है, इस तरह लिख लो √3/2। इधर 4 ਦਾ √2 कितना होता 2, तो 2/2 कितना आ गया 1, तो ਇਹਦਾ ਆਨਸਰ ਆ ਗਿਆ 1। ਤਾਂ ਆਪਾਂ ਇਸ ਤਰੀਕੇ ਨਾਲ ਵੀ ਇਹਨਾਂ ਨੂੰ ਯਾਦ ਕਰ ਸਕਦੇ ਹਾਂ। ਜੇਕਰ ਆਪਾਂ ਇਸ ਤਰ੍ਹਾਂ ਯਾਦ ਨਹੀਂ ਹੁੰਦੇ ਤਾਂ 0 ਦੇ √2 ਤੋਂ ਸਟਾਰਟ ਕਰਨਾ, √0/2, √1/2, ਇਹ ਇੱਕ ਨਵਾਂ ਤਰੀਕਾ ਹੈ, ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ ਤਾਂ ਕਿ ਤੁਹਾਡੇ ਕੀ ਹੈਗਾ ਕਦੇ ਵੀ ਕੁਐਸਚਨ ਕਈ ਵਾਰ ਆਪਾਂ ਪੁੱਛਦਾ ਵੀ sin 60 ਡਿਗਰੀ ਦੱਸੋ ਕਿੰਨਾ ਹੈ, ਤਾਂ ਆਪਾਂ ਹਰ ਵਾਰੀ ਆਹ ਟੇਬਲ ਬਣਾਉਣ ਦੀ ਲੋੜ ਨਹੀਂ ਹੈਗੀ। ਜਦੋਂ ਤੁਸੀਂ ਇੱਕ ਪ੍ਰੈਕਟਿਸ ਕਰੋਗੇ 5-4 ਸਵਾਲ 10 ਸਵਾਲ ਕੱਢੋਗੇ ਨਾ, ਤੁਹਾਡੇ ਮਾਈਂਡ ਦੇ ਵਿੱਚ ਪੱਕੀ ਤਰ੍ਹਾਂ ਇਹ ਬੈਠ ਜਾਂਦੀ ਚੀਜ਼ ਕਿ sin 60 ਡਿਗਰੀ √3/2। ਠੀਕ, ਇਹ ਇੱਕ ਆਪਾਂ ਨੇ ਯਾਦ ਕਰਨਾ ਫਿਜ਼ਿਕਸ ਦੇ ਵਿੱਚ। ਇਹ ਕਈ ਵਾਰ ਕਈ ਜਗ੍ਹਾ ਤੇ ਯੂਜ਼ ਹੁੰਦਾ ਹੈਗਾ। ਹੋਰ ਜ਼ਿਆਦਾ ਆਪਾਂ ਟ੍ਰਿਗਨੋਮੈਟਰੀ ਨੂੰ ਡੀਪ ਦੇ ਵਿੱਚ ਨਹੀਂ ਜਾਣਾ ਹੈ, ਕੁਝ ਹੋਰ ਫਾਰਮੂਲੇ ਨੇਗੇ ਨਾ ਉਹ ਆਪਾਂ ਪੜ੍ਹਨੇ ਨੇਗੇ। ਤੇ ਇੱਕ ਮੈਂ ਤੁਹਾਨੂੰ ਦੱਸ ਦਾਂਗਾ ਇਸ ਦੀ ਜੋ ਕੁਆਡਰੈਂਟ ਫਾਰਮ ਬਣਦੀ ਹੈ ਕਿ ਕਿੱਥੇ ਪੋਜ਼ਿਟਿਵ ਹੁੰਦਾ ਸਾਈਨ, ਕਿੱਥੇ ਨੈਗੇਟਿਵ ਹੁੰਦਾ, ਕਿੱਥੇ ਟੈਨ ਪੋਜ਼ਿਟਿਵ ਹੁੰਦਾ, ਇੱਕ ਆਪਾਂ ਨੇ ਉਹ ਪੜ੍ਹਨਾਗਾ। ਇਸ ਤੋਂ ਬਾਅਦ ਮੈਂ ਕਰਾਉਣਾ ਕੁਆਡਰੈਂਟਸ ਪੜ੍ਹਨੇ ਨੇ ਆਪਾਂ ਨੇ। ਜਿਸ ਤਰ੍ਹਾਂ ਆਪਾਂ 10ਵੀਂ ਤੱਕ ਪੜ੍ਹਿਆ ਹੋਇਆ ਹੈਗਾ, ਇਹ ਮੰਨ ਲਓ 0 ਹੈ, ਇੱਧਰ ਹੁੰਦਾ ਆਪਣੇ ਕੋਲੇ ਪੋਜ਼ਿਟਿਵ x ਐਕਸਿਸ ਹੈ ਨਾ, ਇੱਧਰ ਪੋਜ਼ਿਟਿਵ ਵੈਲਿਊਜ਼
प्लस वालियां, इधर नेगेटिव एक्स, ऊपर पॉजिटिव वाई, नीचे नेगेटिव वाई। उस तरह के एक्सिस मान लिया अपन एक, तो इसमें आप चार कोआर्डिनेट बन गए अपने को। इस तरह एक्सिस दे विच वंडण दे नाल की हो गया अपने को, मान लो इस ये है अपने को फर्स्ट कोआर्डिनेट, इसमें कहते हैं अपन सेकंड कोआर्डिनेट, ये है थर्ड कोआर्डिनेट, ये है फोर्थ कोआर्डिनेट। ये किया जीरो जो है जो अपना ओरिजिन है, ओरिजिन तो अपन किसी पॉइंट दी रोटेशन देखांगे कि कितना कितना एंगल बना रहा है। मान लो कोई पार्टिकल है, ठीक है, वो इत्थे सी पहला स्टार्टिंग पोजीशन ते, इत्थों वो रोटेट करके चला गया इत्थे, ਤਾਂ ਇਹਨਾਂ ਦੇ ਵਿੱਚ ਕੀ ਹੋ ਗਿਆ, ਐਂਗਲ ਹੋ ਗਿਆ ਤਾਂ ਉਸਨੇ ਕਿੰਨਾ ਐਂਗਲ ਰੋਟੇਟ ਕੀਤਾ, थीटा एंगल रोटेट करके ऐसे जाना। ठीक है, ਤਾਂ ਹੁਣ ਇਹ ਦੇਖੋ ਤੁਸੀਂ ਇਹ ਫਸਟ ਕੁਆਡਰੈਂਟ ਦੇ ਵਿੱਚ ਐਂਗਲ ਹੈ, ਜਦੋਂ ਤੱਕ ਐਂਗਲ ਹੁੰਦਾ ਆਪਣੇ ਕੋਲੇ 0 ਤੋਂ ਲੈ ਕੇ 90 ਡਿਗਰੀ ਤੱਕ, ਆ 90 ਡਿਗਰੀ ਦਾ ਐਂਗਲ 0 ਤੋਂ ਲੈ ਕੇ 90 ਡਿਗਰੀ ਤੱਕ ਜਦੋਂ ਐਂਗਲ ਹੁੰਦਾ ਥੀਟਾ ਦੀ ਵੈਲਿਊ, ਤਾਂ ਉੱਥੇ ਉਹ ਫਸਟ ਕੁਆਡਰੈਂਟ ਦੇ ਵਿੱਚ ਰਹਿੰਦਾ। ਜਦੋਂ ਐਂਗਲ ਆਪਣੇ ਕੋਲੇ 90 ਤੋਂ ਲੈ ਕੇ ਵਗ ਜਾਂਦਾ 180 ਡਿਗਰੀ ਤੱਕ, ਇਹ ਹੈ 90 ਡਿਗਰੀ ਜਾਂ π/2, ਇਹ ਹੈ π ਜਾਂ 80 ਡਿਗਰੀ, ਆ ਹੈ 3π/2 ਜਾਂ 270 डिग्री, आ है अपने को 0 ਜਾਂ पाई 2 पाई। ठीक है, ये अपने को एंगल्स की डिस्ट्रीब्यूशन। जिन्ना चਿਰ एंगल 0 ਤੋਂ ਲੈ ਕੇ π/2 ਦੇ ਵਿੱਚ ਹੈ, ਉਹ ਫਸਟ ਕੁਆਡਰੈਂਟ ਦੇ ਵਿੱਚ ਹੈ। ਜਦੋਂ एंगल π/2 ਤੋਂ π ਤੱਕ ਚਲਾ ਗਿਆ, ਉਹ ਸੈਕੰਡ ਕੁਆਡਰੈਂਟ ਦੇ ਵਿੱਚ ਆ ਜਾਂਦਾ। ਜਦੋਂ एंगल π ਤੋਂ ਲੈ ਕੇ 3π/2 ਉਹ ਥਰਡ ਕੁਆਡਰੈਂਟ ਤੇ ਫੋਰਥ ਕੁਆਡਰੈਂਟ ਦੇ ਵਿੱਚ ਇਸ ਤਰ੍ਹਾਂ ਚੱਲਦਾ। ਆਪਾਂ ਨੇ ਕੀ ਦੇਖਣਾਗਾ, ਕਈ ਵਾਰ ਆਪਣੇ ਕੋਲੇ एंगल ਦੇ ਵਿੱਚ ਆ ਜਾਂਦਾਗਾ, ਮੰਨ ਲਓ ਆ ਗਿਆ ਆਪਣੇ ਕੋਲੇ sin 120 डिग्री का मुल पता करो, कई जगह ते अपने को sin 120 डिग्री आ जाता, तो sin 120 डिग्री की वैल्यू कितनी होगी, हुण तुसीं ये दसो sin 120 डिग्री की वैल्यू कितनी होगी। sin 120 डिग्री को आप दो तरीके नाल कर सकते हैं, एक पता होता अपने को sin 90 प्लस 30, ठीक है, इन्हों आप 90 के प्लस दे विच कर लेना गा, 90 प्लस कर लो, ਜੇ ਤਾਂ 90 ਤੋਂ ਉੱਪਰ ਆ ਤੇ 180 ਤੋਂ ਘੱਟ ਹੈ, ਜੇ 180 ਤੋਂ ਵੀ ਉੱਪਰ ਚਲਾ ਗਿਆ ਫਿਰ 180 ਪਲੱਸ ਕਰ ਲਓ, ਜਿਵੇਂ ਵੀ ਕਰ ਲਓ ਤੁਸੀਂ ਦੇਖਣਾ ਗਾ। ਹੁਣ ਇਹ ਜੋ ਐਂਗਲ ਹੈ 120 ਡਿਗਰੀ, ਉਹ ਫਸਟ ਕੁਆਡਰੈਂਟ 'ਚ ਨਹੀਂ ਹੈਗਾ ਕਿਉਂਕਿ ਇਹ ਤਾਂ 90 ਤੱਕ ਆ, 90 ਤੋਂ ਅੱਗੇ 180 ਤੱਕ ਜਿਹੜਾ ਸੈਕੰਡ ਕੁਆਡਰੈਂਟ ਆ, ਤਾਂ ਇਹ ਕਿੱਥੇ ਲਾਈ ਕਰਦਾ ਹੈ 120 ਡਿਗਰੀ ਐਂਗਲ, ਇਹ ਸੈਕੰਡ ਕੁਆਡਰੈਂਟ ਦੇ ਵਿੱਚ ਆ ਗਿਆ। ਠੀਕ ਹੈ, ਇਹ ਐਂਗਲ ਕਿੱਥੇ ਆ ਗਿਆ, ਸੈਕੰਡ ਕੁਆਡਰੈਂਟ ਦੇ ਵਿੱਚ ਆ ਗਿਆ, ਯਾਨੀ ਕਿ ਇਸ ਤਰ੍ਹਾਂ ਇੱਥੇ ਆ ਗਿਆ, ਇਹ ਐਂਗਲ ਇੱਥੋਂ ਘੁੰਮ ਕੇ ਇੱਥੇ ਆ ਗਿਆ। ਇੱਥੇ ਹੁਣ ਆਪਾਂ ਇਸ ਦੀ ਟ੍ਰਾਇੰਗਲ ਬਣਾਵਾਂਗੇ, ਰਾਈਟ ਐਂਗਲ ਟ੍ਰਾਇੰਗਲ ਬਣਾਵਾਂਗੇ। ਠੀਕ ਹੈ, ਇਹ ਬਣ ਕੇ ਆ ਗਿਆ, ਇਹ ਇੱਥੇ ਪਹੁੰਚ ਗਿਆ ਹੁਣ ਆਪਣੇ ਕੋਲ ਐਂਗਲ। ਹੁਣ ਇਸ ਕੁਆਡਰੈਂਟ ਦੇ ਵਿੱਚ ਆਪਾਂ ਦੇਖਣਾ ਕਿ ਸਾਈਨ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ, ਇਹ ਮੈਂ ਕਹਿਣਾ ਚਾਹਾਂਗਾ। ਪੋਜ਼ਿਟਿਵ ਨੈਗੇਟਿਵ ਜੋ ਹੈ ਵੈਲਿਊ ਕਿਸ ਤੇ ਡਿਪੈਂਡ ਕਰਦੀ ਹੈ, ਪਰਪੈਂਡੀਕੂਲਰ ਬੇਸ ਤੇ ਹਾਈਪੋਟੇਨਿਊਜ਼ ਤੇ। ਸਾਈਨ ਦਾ ਫਾਰਮੂਲਾ ਕੀ ਹੈ ਆਪਣੇ ਕੋਲੇ, ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼। ਜੇ P ਤੇ H ਦੋਨੇ ਪੋਜ਼ਿਟਿਵ ਨੇ ਤਾਂ ਸਾਈਨ ਪੋਜ਼ਿਟਿਵ ਰਹੂਗਾ। ਤਾਂ ਇੱਥੇ ਦੇਖੋ ਪਰਪੈਂਡੀਕੂਲਰ ਇਹ ਆ, ਜੇਕਰ ਐਂਗਲ ਇਹ ਥੀਟਾ ਮੰਨ ਲਿਆ ਮੈਂ, ਠੀਕ, ਬੇਸ ਇਹ ਆ, ਇਹ ਪਰਪੈਂਡੀਕੂਲਰ ਹੈ, ਬੇਸ ਆ, ਇਹ ਹਾਈਪੋਟੇਨਿਊਜ਼। ਹਾਈਪੋਟੇਨਿਊਜ਼ ਵੀ ਪੋਜ਼ਿਟਿਵ ਆ ਤੇ ਪਰਪੈਂਡੀਕੂਲਰ ਵੀ ਪੋਜ਼ਿਟਿਵ ਆ। ਠੀਕ ਆ, ਉੱਪਰ ਉਹਨੇ ਨੈਗੇਟਿਵ ਕੀ ਹੈ ਆਪਣੇ ਕੋਲੇ, ਬੇਸ ਦੀ ਵੈਲਿਊ ਨੈਗੇਟਿਵ ਹੈ, ਇਹ ਗੱਲ ਧਿਆਨ ਰੱਖਣੀ, ਕਿਉਂਕਿ 0 ਤੋਂ ਜਦੋਂ ਆਪਾਂ ਇੱਧਰ ਮੇਜਰ ਕਰਦੇ ਆ, ਆ ਉਹਦੇ ਬੇਸ ਜੋ ਹੈ ਇਹ ਪੋਜ਼ਿਟਿਵ ਹੈ, ਇੱਧਰ ਨੂੰ ਬੇਸ ਕੀ ਹੈਗਾ, ਨੈਗੇਟਿਵ ਹੈ। ਉੱਪਰ ਨੂੰ ਪਰਪੈਂਡੀਕੂਲਰ ਪੋਜ਼ਿਟਿਵ ਹੈ, ਜੇਕਰ ਨੀਚੇ ਨੂੰ ਪਰਪੈਂਡੀਕੂਲਰ ਮੇਜਰ ਕੀਤਾ ਜਾਂਦਾ ਤਾਂ ਉਹ ਨੈਗੇਟਿਵ ਹੈ। ਕਲੀਅਰ, ਹਾਈਪੋਟੇਨਿਊਜ਼ ਇੱਧਰ ਨੂੰ ਪੋਜ਼ਿਟਿਵ ਹੈ, ਇਹ ਵੀ ਪੋਜ਼ਿਟਿਵ ਹੈ, ਜੇ ਨੀਚੇ ਨੂੰ ਮੇਜਰ ਕੀਤਾ ਜਾਂਦਾ ਹੈ ਤਾਂ ਇਹ ਨੈਗੇਟਿਵ ਹੈ, ਇਹ ਵੀ ਨੈਗੇਟਿਵ ਹੈ। इसी तरह आ B भी नेगेटिव है, B भी नेगेटिव है, इत्थे B पॉजिटिव है बट B ते। ਤਾਂ ਇਹ ਗੱਲ ਆਪਾਂ ਨੇ ਧਿਆਨ ਦੇ ਵਿੱਚ ਸਮਝਣੀ ਹੈ। ਇਹਦੇ ਵਿੱਚ ਮੈਂ ਕੀ ਦੱਸਣਾ ਚਾਹਣਾ ਕਿ ਜਦੋਂ sin 120 ਡਿਗਰੀ ਆ ਗਿਆ ਤਾਂ ਆਪਾਂ ਨੇ ਦੇਖਣਾ ਕਿਹੜੇ ਕੁਆਡਰੈਂਟ ਦੇ ਵਿੱਚ ਜਾ ਰਿਹਾ ਹੈ। sin ਉਹ ਫਸਟ 'ਚ ਹੈਗਾ, ਸੈਕੰਡ 'ਚ ਜਾ ਰਿਹਾ। ਸੈਕੰਡ ਦੇ ਵਿੱਚ ਫਿਰ ਆਪਾਂ ਦੇਖਣਾ ਕਿ ਉਹਦਾ P ਤੇ H ਦੇ ਵਿੱਚੋਂ ਪੋਜ਼ਿਟਿਵ ਨੇ ਜਾਂ ਨੈਗੇਟਿਵ ਨੇ। ਤਾਂ ਇਹਦਾ P ਪੋਜ਼ਿਟਿਵ ਹੈ, H ਵੀ ਪੋਜ਼ਿਟਿਵ ਹੈ ਕਿਉਂਕਿ ਇਹ ਦੋਨੇ ਇਸ ਐਕਸਿਸ ਦੇ ਉੱਪਰ ਨੇ। ऊपर वाली चीज़ें पॉजिटिव ने क्योंकि प्लस वाई है,
नीचे माइनस वाई है जी नीचे वाली यहाँ माइनस पी क्यों हो क्योंकि ये नीचे ਨੂੰ ਮੈਜ਼ਰ ਕੀਤੇ हैं। इसी तरह जी डिस्टेंस इधर ਨੂੰ ਮੈਜ਼ਰ करनी ਆਪਾਂ ने प्लस एक्सिस वाला वो पॉजिटिव होगी बी जे इधर ਨੂੰ ਮੈਜ਼ਰ ਕੀਤੀ ਤਾਂ माइनस होगी बी। तो ਹੁਣ ਆਪਾਂ ਫਾਰਮੂਲਾ ਲਗਾਵਾਂਗੇ sin p/h ਦਾ। तो sin p/h लगा के अपने को आ गया पॉजिटिव। तो अपने को की आ जो sin है वो किहदे बराबर आ जाएगा ये ਹੁਣ ਅੱਗੇ ਫਾਰਮੂਲਾ ਹੋਰ ਹੈ ਜਿਹਦੇ ਵਿੱਚ ਕੀ ਹੋ ਜਾਂਦਾ ਹੈਗਾ ਆਪਣੇ ਕੋਲੇ sin ਦੀ ਜੋ ਵੈਲਿਊ ਹੈ ਉਹ cos ਕਨਵਰਟ ਹੋ ਜਾਂਦਾ ये बन गया cos 30 डिग्री। cos 30 डिग्री कितना होगा √3/2 ये अगे पॉजिटिव आएगा प्लस आएगा किसी के अगे माइनस आ जाता किसी के अगे प्लस आ जाता वही देखने वास्ते आप ये कर रहे हैं। तो मैं थोड़ा मेन गल दस देना कि फर्स्ट क्वाड्रेंट दे विच ऑल आर पॉजिटिव sin cos tan cot secant cosecant सारे पॉजिटिव होते हैं क्योंकि ट्रायंगल दी सारी चीज़ां p b ते h सारे पॉजिटिव। सैकंड क्वाड्रेंट दे विच अपने कोले बेस नेगेटिव हो जाता ते जिहड़े फार्मूले दे विच बेस r हैगा वो चीज़ां की हो जाणगियां नेगेटिव हो जाणगियां बाकी रह जाणगियां पॉजिटिव। तां कुल मिला के अपने कोले sin दे विच ते कोसेकेंट दे विच बेस नहीं आउंदा हैगा तां ये दोने होणगे पॉजिटिव बाकी सारी चीज़ें इत्थे हो जाएगी नेगेटिव। इसी तरह थर्ड क्वाड्रेंट दे विच अपने कोले p ते b दोने की हो गए नेगेटिव हो गए। h की गल नहीं आपां इत्थे करदे हैगे ठीक ते p ते b हो गए दोने नेगेटिव। तां p ते b ਨੂੰ डिवाइड करके अपने कोल आ गया tan थीटा ते cot थीटा ये दोने पॉजिटिव होंगे बाकी सारे नेगेटिव। फोर्थ क्वाड्रेंट दे विच अपने कोले की आ गया बेस पॉजिटिव p नेगेटिव हो गया यानी कि इत्थे की हो गया अपने कोले cos थीटा ते secant थीटा पॉजिटिव होंगे बाकी सारे की होंगे इत्थे नेगेटिव होंगे। ये गल भी याद रखनी है आपने किसी किसी जगह ते यूज हो जाता है ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤੇ ਹੁਣ ਆਪਾਂ ਲਾਸਟ ਦੇ ਵਿੱਚ ਕੁਝ ਫਾਰਮੂਲੇ ਯਾਦ ਕਰਨੇ ਨੇ ट्रिग्नोमेट्रिक फार्मूले ने। सब तो पहला फार्मूला है अपने कोले sin a प्लस b का ये अपने याद करना है ये होंदा sin a cos b प्लस cos a sin b। दूसरा फार्मूला अपने कोले है sin a माइनस b ये किया sin a cos b माइनस cos a sin b। ये दो फार्मूले सिमिलर ने बस ये प्लस है वे तो प्लस है ये माइनस है तो माइनस आ जाना। तीसरा फार्मूला आपने पढ़ना है sin 2a का अपना होगा 2 sin a cos b ठीक। इसी तरह अपने को ये चौथा फार्मूला है cos 2a का फार्मूला की है 1 माइनस 2 sin स्क्वायर a ठीक। ज्यादा एक और फार्मूला भी है वो अपन को है 2 cos स्क्वायर a माइनस 1। और इस फार्मूले तो अपन sin स्क्वायर a ਤੇ cos स्क्वायर a ਦੀ ਵੈਲਿਊ ਪਤਾ ਕਰ ਸਕਦੇ ਹਾਂ ਜਿਵੇਂ ਕਿ ਪਹਿਲੇ ਤੋਂ ਵਿੱਚ ਆਪਾਂ ਕੀ ਕਰਾਂਗੇ ਤਾਂ ਇਸ ਤੋਂ ਆਪਾਂ sin स्क्वायर a ਦੀ ਵੈਲਿਊ ਪਤਾ ਕਰ ਸਕਦੇ ਹਾਂ। ਕਿੰਨਾ ਆ ਗਿਆ ਇਹ इन्हें मैं इतना ले आया अगर 2 sin स्क्वायर a बराबर है अब 1 आओ तो क्या माइनस हो गया cos 2 अब sin स्क्वायर a की वैल्यू पता करनी है 1 माइनस cos 2a आ 2 उधर जाके डिवाइड हो गया a है तो कोई sin स्क्वायर a की वैल्यू। इसी तरह अपन इधर तो cos स्क्वायर a की वैल्यू पता कर सकते हैं वो अपने को आ जाएगी 1 प्लस cos 2a जेकर इतने माइनस है तो sin स्क्वायर ए जे प्लस है तो cos स्क्वायर ये अपने चार फार्मूले ये याद कर लेने के। ये भी कई जगह ते एक्सप्रेशन जो आप सॉल्व करने के उत्थे यूज हो सकते हैं। अपने ट्रिग्नोमेट्री दे विच सिर्फ इतना ही पढ़ना है ज़्यादा अपने डिटेल दे विच नहीं जाना ज़्यादा ये
ਬਾਰੇ ਆਪਾਂ ਹੋਰ ਚੰਗੀ ਤਰ੍ਹਾਂ ਇਹਦਾ ਬਹੁਤ ਜ਼ਿਆਦਾ ਵੱਡੀ ਹੈ ਟ੍ਰਿਗਨੋਮੈਟਰੀ ਦਾ, ਇਹਦੇ ਤੇ ਇੱਕ ਬੁੱਕ ਹੈ ਟ੍ਰਿਗਨੋਮੈਟਰੀ ਦੀ, ਠੀਕ ਹੈ। ਤਾਂ ਆਪਾਂ ਇਹਨਾਂ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈ। ਜੋ ਬੇਸਿਕ ਗੱਲਾਂ ਨੇ ਜੋ ਆਪਣੇ ਫਿਜ਼ਿਕਸ ਦੇ ਵਿੱਚ ਯੂਜ਼ ਹੋਣਗੇ ਆਪਾਂ ਉਹੀ ਪੜ੍ਹਨੀਆਂ ਨੇ ਤੇ ਉਹੀ ਸਿੱਖਣੀਆਂ ਨੇ, ਉਸੇ ਨੂੰ ਆਪਾਂ ਲਰਨ ਕਰਨਾ, ਯਾਦ ਕਰਨਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜੋ ਅੱਜ ਦੇ ਟੌਪਿਕ ਨੇ ਟ੍ਰਿਗਨੋਮੈਟਰੀ ਦੇ ਵਿੱਚ ਜੋ ਆਪਾਂ ਪੜ੍ਹਿਆ ਹੈ ਉਹ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਜੇ ਕੋਈ ਕੁਐਸਚਨ ਹੈ ਮਾਈਂਡ ਦੇ ਵਿੱਚ ਜਾਂ ਕੋਈ ਕੁਐਰੀ ਹੈ, ਜੋ ਮੈਂ ਕੁਐਸਚਨ ਦਿੱਤਾ ਉਹ ਸਾਰਾ ਕੁਝ ਤੁਸੀਂ ਨੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਣਾ ਹੈ, ਠੀਕ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ। ਬਾਏ।